ਤੁਹਾਡੇ ਸਾਰਿਆਂ ਦਾ ਸਾਡੀ ਅੱਜ ਦੀ ਖਾਸ ਪੇਸ਼ਕਸ਼ ਹੈਡਲਾਈਨ ਕੈਨੇਡਾ ਦੇ ਵਿੱਚ। ਮੈਂ ਹਾਂ ਜਸਲੀਨ ਕਾਲਰਾ ਤੇ ਅੱਜ ਅਸੀਂ ਗੱਲ ਕਰਾਂਗੇ ਉਸ ਮੁੱਦੇ ਦੀ ਜੋ ਕੁਝ ਮਹੀਨਿਆਂ ਤੋਂ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਹੈ। ਮੁੱਦਾ ਸੀਰੀਅਨ ਸ਼ਰਨਾਰਥੀਆਂ ਦੇ ਕੈਨੇਡਾ ਆਉਣ ਦਾ। ਕੈਨੇਡਾ ਵਿੱਚ ਹੁਣ ਤੱਕ ਲਗਭਗ 12,000 ਸੀਰੀਅਨ ਸ਼ਰਨਾਰਥੀ ਆ ਚੁੱਕੇ ਹਨ, ਪਰ ਟੀਚਾ ਹੈ 29 ਫਰਵਰੀ ਤੱਕ 25,000 ਸੀਰੀਅਨ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦਾ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਹਰ ਕੁਝ ਦਿਨਾਂ ਵਿੱਚ ਲੈਂਡ ਹੋ ਰਹੀ ਸ਼ਰਨਾਰਥੀਆਂ ਨਾਲ ਭਰੀ ਫਲਾਈਟਸ ਦਾ ਕੈਨੇਡੀਅਨਸ ਵੱਲੋਂ ਵੀ ਸਵਾਗਤ ਕੀਤਾ ਜਾ ਰਿਹਾ ਹੈ। ਪੇਸ਼ ਹੈ ਇੱਕ ਰਿਪੋਰਟ। ਚਾਹੇ ਗੱਲ ਹੋਵੇ ਚੋਣ ਮੁਹਿੰਮ ਦੌਰਾਨ ਕੀਤੇ ਵਾਅਦਿਆਂ ਦੀ ਜਾਂ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੀ, ਟੀਚਾ ਸਿਰਫ ਇੱਕ ਹੀ ਸੀ, ਸ਼ਰਨਾਰਥੀਆਂ ਨੂੰ ਕੈਨੇਡਾ ਵਿੱਚ ਵਸਾਉਣ ਦਾ। ਲਿਬਰਲ ਸਰਕਾਰ ਵੱਲੋਂ ਦਸੰਬਰ 31, 2015 ਤੱਕ 25,000 ਸ਼ਰਨਾਰਥੀਆਂ ਨੂੰ ਪਨਾਹ ਦੇਣ ਦੀ ਗੱਲ ਆਖੀ ਗਈ ਸੀ, ਲੇਕਿਨ ਸਮਾਂ ਘੱਟ ਹੋਣ ਕਾਰਨ ਅਤੇ ਕੈਨੇਡਾ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਮਾਂ ਸੀਮਾ ਵਧਾ ਕੇ 29 ਫਰਵਰੀ ਕਰ ਦਿੱਤੀ ਗਈ ਅਤੇ ਦਸੰਬਰ 31 ਤੱਕ 10,000 ਸੀਰੀਅਨ ਪਰਿਵਾਰਾਂ ਨੂੰ ਦੇਸ਼ ਵਿੱਚ ਲਿਆਉਣ ਦਾ ਵਾਅਦਾ ਕੀਤਾ ਗਿਆ। ਕਈ ਵਾਰੀ ਦੇਰੀ ਹੋਣ ਤੋਂ ਬਾਅਦ 13 ਜਨਵਰੀ 2016 ਨੂੰ ਆਖਿਰਕਾਰ ਕੈਨੇਡਾ ਸਰਕਾਰ ਨੇ ਸੀਰੀਅਨ ਰੈਫਿਊਜੀ ਮਿਸ਼ਨ ਦੇ ਪਹਿਲੇ ਪੜਾਅ ਨੂੰ ਪਾਰ ਕਰਦਿਆਂ 10,000ਵੇਂ ਸ਼ਰਨਾਰਥੀ ਦਾ ਸਵਾਗਤ ਕੀਤਾ। ਇਨ੍ਹਾਂ ਸੀਰੀਅਨ ਪਰਿਵਾਰਾਂ ਦਾ ਕੈਨੇਡੀਅਨਸ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਗਿਆ। ਹੈਲਥ ਮਿਨਿਸਟਰ ਜੇਨ ਫਿਲਪੋਰਟ ਨੇ ਬਿਆਨ ਦਿੰਦਿਆਂ ਕਿਹਾ ਕਿ ਜਿਨ੍ਹਾਂ ਸ਼ਰਨਾਰਥੀਆਂ ਨੂੰ ਸੰਕਰਮਣ ਨਾਲ ਲੱਗਣ ਵਾਲੀਆਂ ਬਿਮਾਰੀਆਂ ਹਨ, ਜਿਵੇਂ ਕਿ TB ਆਦਿ, ਉਹਨਾਂ ਨੂੰ ਕੈਨੇਡਾ ਆਉਣ ਤੋਂ ਰੋਕਿਆ ਨਹੀਂ ਜਾਵੇਗਾ, ਸਗੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਉਹਨਾਂ ਦਾ ਸਹੀ ਢੰਗ ਨਾਲ ਇਲਾਜ ਹੋ ਸਕੇ। Full medical exams and security screening will be completed overseas prior to arrival in Canada. Further screening for communicable diseases will be done upon arrival, as is the usual process for all travellers to Canada. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬਿਆਨ ਦਿੰਦਿਆਂ ਕਿਹਾ ਕਿ ਕੈਨੇਡਾ ਵਿੱਚ ਆ ਰਹੇ ਸੀਰੀਅਨ ਪਰਿਵਾਰਾਂ ਨਾਲ ਦੇਸ਼ ਵਿੱਚ ਆਰਥਿਕ ਅਤੇ ਸਮਾਜਿਕ ਲਾਭ ਪੈਦਾ ਹੋਵੇਗਾ। Canadians who have been extremely supportive and open to the idea of bringing in more refugees and demonstrating that Canada is there to help had a few more questions, and we realized that the most important thing is to be able to reassure Canadians that absolutely everything is being done to keep Canadians safe, and therefore ensure that these refugees are welcomed as new Canadians and not a cause for anxiety or division within the population. ਕੈਨੇਡਾ ਵੱਲੋਂ ਜਾਰਡਨ ਵਿੱਚ ਰੈਫਿਊਜੀ ਪ੍ਰੋਸੈਸਿੰਗ ਸੈਂਟਰ ਵੀ ਖੋਲ੍ਹਿਆ ਗਿਆ ਤਾਂ ਜੋ ਇਨ੍ਹਾਂ ਸ਼ਰਨਾਰਥੀਆਂ ਦੀ ਸਕਰੀਨਿੰਗ ਵੀ ਹੋ ਸਕੇ ਅਤੇ ਉਹਨਾਂ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਇਨ੍ਹਾਂ ਸ਼ਰਨਾਰਥੀਆਂ ਨਾਲ ਭਰੀ ਪਹਿਲੀ ਫਲਾਈਟ ਦਸੰਬਰ 10, 2015 ਨੂੰ ਕੈਨੇਡਾ ਦੇ ਟੋਰਾਂਟੋ ਪੀਅਰਸਨ 에ਅਰਪੋਰਟ ਤੇ ਉਤਾਰੀ ਗਈ, ਜਿਸ ਵਿੱਚ ਕੁੱਲ 163 ਰੈਫਿਊਜੀਜ਼ ਸਵਾਰ ਸਨ। ਇਨ੍ਹਾਂ ਦੇ ਸਵਾਗਤ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪ 에ਅਰਪੋਰਟ ਪਹੁੰਚੇ ਅਤੇ ਮਿਨਿਸਟਰ ਆਫ ਹੈਲਥ, ਮਿਨਿਸਟਰ ਆਫ ਇਮੀਗ੍ਰੇਸ਼ਨ, ਮਿਨਿਸਟਰ ਆਫ ਡਿਫੈਂਸ ਸਣੇ ਓਨਟਾਰੀਓ ਪ੍ਰੀਮੀਅਰ ਕੈਥਲੀਨ ਵਿਨ, ਟੋਰਾਂਟੋ ਮੇਅਰ ਜੌਨ ਟੋਰੀ ਦੇ ਨਾਲ ਕਈ ਦਿੱਗਜ ਆਗੂ ਇਨ੍ਹਾਂ ਦੇ ਸਵਾਗਤ ਲਈ ਪਹੁੰਚੇ। ਇਸੇ ਤਰ੍ਹਾਂ ਦੂਜਾ ਪਲੇਨ ਮੌਂਟਰੀਅਲ ਵਿੱਚ ਉਤਾਰਿਆ ਗਿਆ। ਫਲਾਈਟਸ ਨੂੰ ਆਲਟਰਨੇਟਿਵਲੀ ਲੈਂਡ ਕਰਾਉਂਦਿਆਂ ਜਨਵਰੀ 1, 2016 ਤੱਕ ਕੁੱਲ 6,064 ਰੈਫਿਊਜੀਜ਼ ਕੈਨੇਡਾ ਆ ਚੁੱਕੇ ਸਨ। ਇਨ੍ਹਾਂ ਸ਼ਰਨਾਰਥੀਆਂ ਨੂੰ 에ਅਰਪੋਰਟ ਉੱਤੇ ਲੈਂਡ ਹੋਣ ਤੋਂ ਬਾਅਦ ਸਕਰੀਨਿੰਗ ਲਈ ਲਿਜਾਇਆ ਗਿਆ, ਜਿਸ ਤੋਂ ਬਾਅਦ ਇਨ੍ਹਾਂ ਨੂੰ ਕੈਨੇਡਾ ਦੀ ਸਰਦੀਆਂ ਨਾਲ ਨਜਿੱਠਣ ਲਈ ਗਰਮ ਕੱਪੜੇ ਦਿੱਤੇ ਗਏ। ਇਸ ਤੋਂ ਇਲਾਵਾ ਸਾਰੀ ਹੈਲਥ ਐਂਡ ਮੈਡੀਕਲ ਇਨਫੋਰਮੇਸ਼ਨ ਵੀ ਪ੍ਰੋਵਾਈਡ ਕੀਤੀ ਗਈ ਅਤੇ ਸੋਸ਼ਲ ਇੰਸ਼ੋਰੈਂਸ ਨੰਬਰ ਵੀ ਦਿੱਤੇ ਗਏ। ਕਾਬਲੇ ਗੌਰ ਹੈ ਕਿ ਟੋਰਾਂਟੋ, ਓਟਵਾ, ਮੌਂਟਰੀਅਲ ਅਤੇ ਵੈਨਕੂਵਰ ਸਣੇ 36 ਵੱਖ-ਵੱਖ ਸ਼ਹਿਰਾਂ ਵਿੱਚ ਸੀਰੀਅਨ ਰੈਫਿਊਜੀਜ਼ ਨੂੰ ਪਨਾਹ ਦਿੱਤੀ ਜਾ ਰਹੀ ਹੈ ਅਤੇ ਇੱਕ ਵਾਰ ਸੈਟਲ ਹੋਣ ਤੋਂ ਬਾਅਦ ਇਹਨਾਂ ਨੂੰ ਲੈਂਗੁਏਜ ਐਂਡ ਸਕਿੱਲਸ ਡਿਵੈਲਪਮੈਂਟ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਸਰਕਾਰ ਤੋਂ ਇਲਾਵਾ ਕੈਨੇਡਾ ਦੀਆਂ ਵੱਖ-ਵੱਖ ਲਗਭਗ 100 ਆਰਗੇਨਾਈਜੇਸ਼ਨਸ ਵੱਲੋਂ ਵੀ ਰੈਫਿਊਜੀਜ਼ ਦਾ ਤਹਿ ਦਿਲੋਂ ਸਵਾਗਤ ਕੀਤਾ ਜਾ ਰਿਹਾ ਹੈ, ਜਿੱਥੇ ਇੱਕ ਪਾਸੇ ਰੈਫਿਊਜੀ ਰੀਸੈਟਲਮੈਂਟ ਪਲਾਨ ਅਧੀਨ ਫੈਡਰਲ ਸਰਕਾਰ ਵੱਲੋਂ ਸ਼ਰਨਾਰਥੀਆਂ ਨੂੰ ਹੈਲਥ,
ਹਾਊਸਿੰਗ ਮੈਡੀਕਲ ਅਤੇ ਹੋਰ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਸੀਰੀਅਨ ਬੱਚਿਆਂ ਨੂੰ ਸਹੀ ਕਲਾਸਿਸ ਵਿੱਚ ਭੇਜਣ ਲਈ ਇੱਕ ਅਸੈਸਮੈਂਟ ਤਿਆਰ ਕੀਤਾ ਗਿਆ ਹੈ। ਕੈਨੇਡਾ ਵਿੱਚ ਵੱਖ-ਵੱਖ ਸੂਬਿਆਂ ਅਤੇ ਹੋਰ ਸੰਗਠਨ, ਸਰਕਾਰੀ ਵਿਭਾਗ ਅਤੇ ਨਿੱਜੀ ਸਪਾਂਸਰਸ ਵੱਲੋਂ ਆਪਣਾ ਪੂਰਾ ਯੋਗਦਾਨ ਦੇ ਕੇ ਰੈਫਿਊਜੀਜ਼ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। Yes, so the United Way and the Region of Peel have formed a Peel Syrian Refugee Resettlement Committee that the United Way and the region are co-chairing, and Sharon is actually the project manager on behalf of the United Way, and we're putting together a work plan and we're engaging all those organizations, settlement organizations, healthcare, education, what else, Sharon? Healthcare, education, we are looking at recreation, we are considering mental health issues, we are concerned about childcare, we are trying to consider everything a refugee or newcomer will need as they arrive at Pearson Airport. Including employment. Including, yes. Including their employment as well. And accommodations. Yes. In terms of, we know that that's going to be a very, very high need for our newcomers. And then providing them with all the things that they'll need to get established in their new homes. We had what's called a lunch and learn seminar. Now, we have these quite often, and what happened was we decided to hold one with a theme of refugees. And so what we did, we had a group come. It was Aura, and about 47 people attended. And normally we have these, and people listen, and it's a very educated moment. But this was slightly different. And then we learned they were going to be coming in December. This is October, November-ish. By that point, we had lots and lots of donations. We had lots of clothes. We had lots of household wares. And we then discerned where will they live. And we made sure we didn't just let this be passed off to someone else. We made sure everyone looked at the place, looked at the housemaid or the home, that it was a safe neighborhood and one we would want to live in ourselves. We didn't, because though there's many places that are affordable, we wanted to make sure that it would be safe. So we came up with a semi-detached home that's located at Victoria Park and Danforth. And it was a wonderful, wonderful moments in time. The family that actually owned the house lives in Oakville. This was her mother's house, and they gave us a break in the rent because they wanted to help. And that's what we are so inspired by, the miracle of everyone wants to help. ਇਸ ਦੇ ਨਾਲ ਹੀ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਸੀਰੀਅਨ ਸ਼ਰਨਾਰਥੀਆਂ ਦੇ ਬੱਚਿਆਂ ਲਈ ਇੱਕ ਅਸੈਸਮੈਂਟ ਤਿਆਰ ਕੀਤਾ ਗਿਆ ਹੈ। ਇਸ ਐਗਜ਼ਾਮ ਰਾਹੀਂ ਇਹਨਾਂ ਬੱਚਿਆਂ ਨੂੰ ਸਹੀ ਜਮਾਤਾਂ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਜਿਹੜੇ ਬੱਚੇ ਇਸ ਟੈਸਟ ਨੂੰ ਕਲੀਅਰ ਨਹੀਂ ਕਰ ਪਾਣਗੇ, ਉਹਨਾਂ ਨੂੰ ਖਾਸ ਤੌਰ ਤੇ ਇੱਕ ਲੀਪ ਪ੍ਰੋਗਰਾਮ ਵੀ ਕਰਵਾਇਆ ਜਾਏਗਾ। ਇਹ ਅਸੈਸਮੈਂਟ ਸਿਰਫ ਹਾਈ ਸਕੂਲ ਦੇ ਬੱਚਿਆਂ ਲਈ ਹੀ ਰੱਖਿਆ ਗਿਆ ਹੈ। There's a math test and a literacy test. And at the end of the day, they sit down. There's a guidance counselor who's there, located there, and they sit down and review the results with the student and the student's family. So just because you should be in grade 9 because of your age, it depends on your level of literacy. If you've come to the country with no English whatsoever, there are certain steps we would take. And in some cases, if there's no English whatsoever and they really need a lot of help, we have a program called LEAP. And I think in high school there's about 10 or 11 locations right across the city, and kids are bused there. And that's intensive ESL and intensive math to get the kids caught up. So no one graduates from a LEAP program. It's just to help them get to the level that they should be, and then they're integrated back into their home school. ਇਹਨਾਂ ਸਾਰੀਆਂ ਸਹੂਲਤਾਂ ਦੌਰਾਨ ਸਭ ਤੋਂ ਮੁੱਖ ਸਰਵਿਸ ਮੰਨੀ ਜਾ ਰਹੀ ਹੈ ਇੰਟਰਪ੍ਰੀਟਰ ਦੀ। ਕੁਝ ਐਸੋਸੀਏਸ਼ਨਸ ਵੱਲੋਂ ਰੈਫਿਊਜੀਜ਼ ਨੂੰ ਕਮਿਊਨੀਕੇਸ਼ਨ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਨਾਲ ਨਜਿੱਠਣ ਲਈ ਕਈ ਇੰਟਰਪ੍ਰੀਟਰਸ ਪ੍ਰੋਵਾਈਡ ਕੀਤੇ ਜਾ ਰਹੇ ਨੇ। ਗਵਰਨਮੈਂਟ ਨੇ ਖੁਦ ਕਿਹਾ ਕਿ ਤਕਰੀਬਨ 300 ਇੰਟਰਪ੍ਰੀਟਰਸ ਜਸਟ ਅਰੇਬਿਕ ਉਹਨਾਂ ਨੂੰ ਚਾਹੀਦਾ ਹੈਗਾ, ਤੇ ਇੰਨੀ ਡਿਮਾਂਡ ਨੂੰ ਪੂਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ। ਇਸ ਕਰਕੇ ਅਸੀਂ ਇੰਟਰਪ੍ਰੀਟਰਸ ਨੂੰ ਫਾਸਟ ਟਰੈਕ ਕਰਕੇ ਟ੍ਰੇਨ ਕਰ ਰਹੇ ਹੈਗੇ ਆ। ਅਸੀਂ ਵਰਕਸ਼ਾਪਸ ਕੀਤੀਆਂ, ਗਲੈਂਡਨ ਕਾਲਜ ਹੈਗਾ, ਯਾਰਕ ਯੂਨੀਵਰਸਿਟੀ, ਉੱਥੇ ਕੀਤੀਆਂ, ਆਟਵਾ ਦੇ ਵਿੱਚ ਕੀਤੀਆਂ, ਤਾਂ ਕਿ ਅਸੀਂ ਇੰਟਰਪ੍ਰੀਟਰਸ ਨੂੰ ਟ੍ਰੇਨ ਕਰ ਸਕੀਏ ਔਰ ਅਸੀਂ ਉਹਨਾਂ ਨੂੰ 에ਅਰਪੋਰਟ ਦੇ ਉੱਤੇ ਭੇਜ ਸਕੀਏ ਔਰ ਬਾਕੀ ਸਰਵਿਸਿਜ਼ ਦੇ ਵਿੱਚ ਉਹਨਾਂ ਦੀ ਹੈਲਪ ਕਰ ਸਕੀਏ। So the moment the refugees arrive in the airport, we have a team, a very large team of interpreters, actually 50 interpreters available on location helping the refugees. We have 30 interpreters helping the officers
CBSA officers, that's Canada's Borders Service Agencies, and 20 more interpreters helping the refugees to issue their social insurance numbers and health cards and whatnot. Services that is given or provided at the Service Canada Centre. These permanent residents are who used to be refugees the moment they got into Canada from the point of entry at the airport. Now they are eligible for the social insurance numbers and healthcare cards. So all this also is done through overcoming the language barriers, because as you may know, the majority of the refugees do not speak English, and the team of the interpreters there at the airport provides excellent service through consecutive interpreting, sight translation, that's reading the text and interpreting it verbally to the people there in the cubicle. ਕਾਬਲੇ ਗੌਰ ਹੈ ਕਿ ਸਰਕਾਰ ਵੱਲੋਂ ਰੈਫਿਊਜੀ ਰੀਸੈਟਲਮੈਂਟ ਪਲਾਨ ਅਧੀਨ ਹਾਊਸਿੰਗ, ਇੰਪਲੋਇਮੈਂਟ, ਹੈਲਥ ਐਂਡ ਮੈਡੀਕਲ ਸਰਵਿਸਿਜ਼ ਪ੍ਰੋਵਾਈਡ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਏਜੰਸੀਜ਼ ਨੂੰ $15 ਮਿਲੀਅਨ ਰੈਫਿਊਜੀਜ਼ ਦੀ ਹਾਊਸਿੰਗ ਅਤੇ ਸਪਲਾਈਜ਼ ਦੇ ਸਹਿਯੋਗ ਲਈ ਦੇਣ ਦਾ ਐਲਾਨ ਕੀਤਾ ਗਿਆ। ਫਿਲਹਾਲ ਸਮਾਂ ਹੋ ਚੱਲਿਆ ਹੈ ਇੱਕ ਛੋਟੀ ਜੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਗੱਲ ਚੱਲ ਰਹੀ ਹੈ ਕੈਨੇਡਾ ਵਿੱਚ ਆ ਰਹੇ ਲਗਾਤਾਰ ਸੀਰੀਅਨ ਰੈਫਿਊਜੀਜ਼ ਬਾਰੇ। ਟੋਰਾਂਟੋ ਅਤੇ ਮੌਂਟਰੀਅਲ ਤੋਂ ਬਾਅਦ ਵੈਨਕੂਵਰ ਸ਼ਹਿਰ ਵੱਲੋਂ ਸੀਰੀਅਨ ਪਰਿਵਾਰਾਂ ਦੀ ਮਦਦ ਲਈ ਅਤੇ ਕੈਨੇਡੀਅਨਸ ਨੂੰ ਹੋਰ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਮਿਊਨਿਟੀ ਫੋਰਮ ਔਨ ਰੈਫਿਊਜੀਜ਼ ਨਾਮ ਦਾ ਇਵੈਂਟ ਆਰਗੇਨਾਈਜ਼ ਕੀਤਾ ਗਿਆ, ਜਿਸ ਵਿੱਚ ਸ਼ਰਨਾਰਥੀਆਂ ਲਈ ਮਦਦ ਦੇ ਤੌਰ ਤੇ ਮੈਡੀਕਲ, ਹੈਲਥ, ਲੈਂਗੁਏਜ ਟ੍ਰੇਨਿੰਗ, ਸਕਿੱਲਸ ਆਦਿ ਸਹੂਲਤਾਂ ਲਈ $1 ਮਿਲੀਅਨ ਦੇ ਫੰਡਸ ਵੀ ਜਾਰੀ ਕੀਤੇ ਗਏ। ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਵਿੱਚ ਸੀਰੀਅਨ ਸ਼ਰਨਾਰਥੀਆਂ ਦਾ ਆਉਣਾ ਜਾਰੀ ਹੈ ਅਤੇ ਰੈਫਿਊਜੀ ਰੀਸੈਟਲਮੈਂਟ ਪਲਾਨ ਅਧੀਨ ਲਿਆਂਦੇ ਜਾ ਰਹੇ ਇਨ੍ਹਾਂ ਸ਼ਰਨਾਰਥੀਆਂ ਦੀ ਮਦਦ ਲਈ ਕੈਨੇਡੀਅਨਸ ਵੱਲੋਂ ਵੀ ਕਈ ਸਾਰੀ ਸਹੂਲਤਾਂ ਅਤੇ ਸਹਿਯੋਗ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਕਮਿਊਨਿਟੀ ਫੋਰਮ ਔਨ ਰੈਫਿਊਜੀ ਨਾਮ ਦਾ ਇੱਕ ਇਵੈਂਟ ਆਰਗੇਨਾਈਜ਼ ਕੀਤਾ ਗਿਆ, ਜਿਸ ਤਹਿਤ ਸ਼ਹਿਰ ਵਾਸੀਆਂ ਨੂੰ ਸ਼ਰਨਾਰਥੀਆਂ ਬਾਰੇ ਥੋੜੀ ਹੋਰ ਜਾਣਕਾਰੀ ਮਿਲ ਸਕੇ। ਸਰੀ ਮੇਅਰ ਲਿੰਡਾ ਹੈਪਨਰ ਨੇ ਬਿਆਨ ਦਿੰਦਿਆਂ ਕਿਹਾ ਕਿ ਇਸ ਫੋਰਮ ਦਾ ਮਕਸਦ ਕਮਿਊਨਿਟੀ ਨੂੰ ਹੋਰ ਜਾਣਕਾਰੀ ਮੁਹੱਈਆ ਕਰਵਾਉਣਾ ਹੈ ਤਾਂ ਜੋ ਇਹਨਾਂ ਸ਼ਰਨਾਰਥੀਆਂ ਦੀ ਹੋਰ ਮਦਦ ਕੀਤੀ ਜਾ ਸਕੇ। Most importantly, they're looking for an opportunity for their children to learn English and to integrate well into this community and to celebrate being in Canada. They feel very anxious about finding work in this country and paying back the Canadian public who has so welcomed them. ਇਸ ਮੌਕੇ ਮੌਜੂਦ ਆਨਰੇਬਲ ਮਿਨਿਸਟਰ ਅਮਰੀਕ ਵਿਰਕ ਨੇ ਸੀਰੀਅਨ ਪਰਿਵਾਰਾਂ ਨੂੰ ਲੈਂਗੁਏਜ ਟ੍ਰੇਨਿੰਗ, ਮੈਡੀਕਲ, ਹੈਲਥ ਅਤੇ ਆਦਿ ਸਹੂਲਤਾਂ ਪ੍ਰਦਾਨ ਕਰਨ ਲਈ $1 ਮਿਲੀਅਨ ਦੇ ਫੰਡ ਦਾ ਐਲਾਨ ਕੀਤਾ। ਇਹ ਮਕਸਦ ਹੈ ਕਿ ਜਿਹੜੀ ਕਮਿਊਨਿਟੀ ਨੂੰ ਹੋਰ ਇਨਫੋਰਮੇਸ਼ਨ ਮਿਲੇ, ਕਮਿਊਨਿਟੀ ਕਿੱਥੇ ਕਿੱਥੇ ਜਿਹੜੇ ਰੈਫਿਊਜੀਜ਼ ਆ ਰਹੇ ਉਹਨਾਂ ਦੀ ਕਿੱਥੇ ਕਿੱਥੇ ਮਦਦ ਕਰੋਗੇ, ਕਿੱਥੇ ਮਦਦ ਕਰ ਸਕਦੇ ਤੇ ਹੋਰ ਦੂਸਰਾ ਇਨਫੋਰਮੇਸ਼ਨ ਕਮਿਊਨਿਟੀ ਨੇ ਵੀ ਮਿਲੂਗਾ ਜਿਹੜੇ ਸਿਟੀਜ਼ ਔਰ ਮਿਊਨਿਸਪੈਲਿਟੀਜ਼, ਪ੍ਰੋਵਿੰਸ਼ੀਅਲ ਐਂਡ ਔਰ ਫੈਡਰਲ ਗਵਰਨਮੈਂਟ ਜਿਹੜੇ ਰੈਫਿਊਜੀਜ਼ ਆ ਰਹੇ ਉਹਨਾਂ ਲਈ ਕਿਹੜੇ ਕਿਹੜੇ ਪ੍ਰੋਗਰਾਮ ਤਿਆਰ ਔਰ ਮਜ਼ਬੂਤ ਹੈ। ਗੁਰਦੁਆਰੇ ਸੁਸਾਇਟੀਜ਼ ਨੇ ਇਕੱਠੇ ਹੋ ਕੇ ਜਿਹੜੇ ਕਾਫੀ ਦਾਨ ਕੀਤੇ, ਕਾਫੀ ਸਪੋਰਟ ਕੀਤੀ। ਸੋ ਮੈਨੂੰ ਇਹ ਪੂਰੀ ਉਮੀਦ ਹੈਗੀ ਸਾਡੀ ਕਮਿਊਨਿਟੀ ਨੇ ਇੱਦਾਂ ਹੀ ਇਕੱਠੀ ਹੋ ਕੇ ਮੋਰੇ ਉੱਦਾਂ ਦੀ ਸਪੋਰਟ ਕਰੀ ਜਾਣੀ। Its intent is to communicate to the community what's happening with the refugees that are coming to our community. And I just want to compliment them for doing this because it really opens people's eyes to what is happening with the refugees that are coming to British Columbia and Surrey. ਕਾਬਲੇ ਗੌਰ ਹੈ ਕਿ ਲੋਕਲ ਫੇਥ ਗਰੁੱਪਸ ਅਤੇ ਕਈ ਸਰਵਿਸ ਆਰਗੇਨਾਈਜੇਸ਼ਨਸ ਵੱਲੋਂ ਵੀ ਇਨ੍ਹਾਂ ਸ਼ਰਨਾਰਥੀਆਂ ਨੂੰ ਵਧੀਆ ਅਤੇ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਯਤਨ ਜਾਰੀ ਹਨ। ਕੈਮਰਾ ਪਰਸਨ ਸ਼ਾਮ ਸ਼ਰਮਾ ਦੇ ਨਾਲ ਜਸਲੀਨ ਕਾਲਰਾ, PTC ਨਿਊਜ਼, ਸਰੀ, ਕੈਨੇਡਾ। ਜਿੱਥੇ ਇੱਕ ਪਾਸੇ ਰੈਫਿਊਜੀਜ਼ ਦਾ ਕੈਨੇਡਾ ਵੱਲੋਂ ਸਵਾਗਤ ਕੀਤਾ ਗਿਆ, ਉੱਥੇ ਹੀ ਦੂਜੇ ਪਾਸੇ ਕਈਆਂ ਨੂੰ ਇਹਨਾਂ ਦਾ ਕੈਨੇਡਾ ਆਉਣਾ ਪਸੰਦ ਨਹੀਂ ਆਇਆ। ਬੀਤੇ ਦਿਨੀ ਵੈਨਕੂਵਰ ਵਿੱਚ ਸਰਕਾਰ ਵੱਲੋਂ ਰੈਫਿਊਜੀਜ਼ ਦੇ ਸਵਾਗਤ ਲਈ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿੱਥੇ ਲਗਭਗ 15 ਲੋਕਾਂ ਉੱਤੇ ਕਾਲੀ ਮਿਰਚ ਵਾਲੇ ਸਪਰੇਅ ਦਾ ਛਿੜਕਾਅ ਕੀਤਾ ਗਿਆ।
ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਨਸਲੀ ਹਿੰਸਾ ਅਧੀਨ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਸਣੇ ਕਈ ਸਿਆਸੀ ਆਗੂਆਂ ਵੱਲੋਂ ਇਸ ਘਟਨਾ ਦੀ ਕਰੜੀ ਨਿਖੇਧੀ ਕੀਤੀ ਗਈ। We all just start coughing and our eyes were burning. We were really confused of what was going on. Yeah, we do get hate crimes that happen throughout the year in Vancouver. This one is quite troubling because we do have a large group of people that are all affected at one time. We're talking about 100 people standing out on a city street, so it's a lot of victims. And of course, it's very troubling given that these people are all new to Canada, and we want to make sure that they settle in properly and they're not treated like that. ਰੈਫਿਊਜੀਜ਼ ਦੀ ਮਦਦ ਲਈ ਸਿਰਫ ਗਵਰਨਮੈਂਟ ਆਰਗੇਨਾਈਜੇਸ਼ਨਸ ਹੀ ਨਹੀਂ ਬਲਕਿ ਪ੍ਰਾਈਵੇਟ ਸਪਾਂਸਰਸ ਵੀ ਅੱਗੇ ਆ ਰਹੇ ਨੇ। ਵੈਂਕੂਵਰ ਦੇ ਸਰੀ ਸ਼ਹਿਰ ਵਿਖੇ ਫਰੂਟੀ ਕੈਨਾ ਕੰਪਨੀ ਵੱਲੋਂ 500 ਰੈਫਿਊਜੀਜ਼ ਨੂੰ ਫ੍ਰੀ ਗਰੋਸਰੀਜ਼ ਦਿੱਤੀ ਗਈ। ਇਸ ਫ੍ਰੀ ਗਰੋਸਰੀਜ਼ ਦੇ ਨਾਲ ਨਾ ਸਿਰਫ ਰੈਫਿਊਜੀਜ਼ ਦੀ ਮਦਦ ਹੁੰਦੀ ਹੈ ਬਲਕਿ ਬਾਕੀਆਂ ਲਈ ਵੀ ਇੱਕ ਉਦਾਹਰਨ ਮਿਲਦਾ ਹੈ। ਸੀਰੀਅਨ ਰਿਫਿਊਜੀ ਕੈਨੇਡਾ ਵਿੱਚ ਆਉਣੇ ਸ਼ੁਰੂ ਹੋ ਗਏ ਹਨ, ਜਿਸ ਨੂੰ ਲੈ ਕੇ ਸਰੀ ਦੇ ਵਿੱਚ ਭਾਰਤੀ ਭਾਈਚਾਰੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਫਰੂਟੀ ਕੈਨਾ ਸਟੋਰ ਦੇ ਮਾਲਕ ਟੋਨੀ ਸਿੰਘ ਹੋਣਾ ਵੱਲੋਂ ਉਹਨਾਂ ਨੂੰ ਗਿਫਟ ਬਾਸਕਟਸ ਦਿੱਤੀਆਂ ਗਈਆਂ। ਇਹ 500 ਬੰਦੇ ਜਿਹੜਾ ਅਸੀਂ ਫੂਡ ਤਿਆਰ ਕਰ ਰਹੇ ਹਾਂ, ਜਿੱਦਾਂ ਕਿ ਆਉਂਦੇ ਆ ਕੋਈ 10 ਆਉਂਦੇ ਜਾਂ 20 ਆਉਂਦੇ, ਉਸ ਹਿਸਾਬ ਨਾਲ ਰੋਜ਼ ਅਸੀਂ ਉਹਨਾਂ ਨੂੰ ਫੂਡ ਦਿੰਦੇ ਆ। ਅਪ ਟੂ 500 ਰੈਫਿਊਜੀ ਲਈ ਅਸੀਂ ਪ੍ਰੋਮਿਸ ਕੀਤਾ। ਜੇ 600 ਵੀ ਆ ਜਾਊਗਾ ਉਹਨਾਂ 600 ਨੂੰ ਵੀ ਦੇਵਾਂਗੇ। ਫੈਮਿਲੀ ਆਫ 5 ਨੂੰ ਅਸੀਂ ਇੱਕ ਪੈਕੇਜ ਬਣਾਇਆ, ਜੇ ਜ਼ਿਆਦਾ ਆ ਜੇ 8 ਆ ਫੈਮਿਲੀ ਵਿੱਚ ਉਹਨੂੰ 2 ਪੈਕੇਜ ਦਿੱਤੇ ਜਾਂਦੇ ਆ। ਇਸ ਹਿਸਾਬ ਨਾਲ ਅਸੀਂ ਸਾਰਾ 500 ਬੰਦੇ ਲਈ ਫੂਡ ਤਿਆਰ ਕੀਤਾ ਹੈ। And I too came to Canada when I was a little baby, 10-year-old, just like you as an immigrant. أول جاي كندا لما كان عنده 10 سنين وعم بيساعدونا بالأجواء اللي هون. He's very thankful for the person and the companies and the organization that did donations, specifically these ones, and he's thankful for the people and the government of Canada. And definitely it is challenging coming from the regions that they came from with limited flexibility with the financial aspects of it. So these things will help drastically to ease the situation, and he just wants to thank everybody, including our organizations as well, in helping out. The Muslim Food Bank works closely with Fruticana to ensure that the products are all culturally sensitive, to make sure that the families enjoy the meal and the items that are in there in terms of what their local customs are. And when I came to Canada 40 years ago, somebody did this to me. So I hope one day you will also help in the future. ਜਿੱਦਾਂ ਉਹਦੇ ਵਿੱਚ ਡੇਟਸ ਆ, ਰਾਈਸ ਆ, ਪੀਤਾ ਬ੍ਰੈਡ ਆ, ਹੋਰ ਵੀ ਬਹੁਤ ਆਈਟਮਾਂ, ਫਰੂਟ, ਫਰੈਸ਼ ਫਰੂਟ, ਮਿਲਕ, ਐਗਸ ਜਿਹੜੇ ਅਸੀਂ ਉਹਨਾਂ ਨੂੰ ਦੇ ਰਹੇ ਹਾਂ। ਜਦੋਂ ਫੈਮਿਲੀ ਆਉਂਦੀ ਹੈ ਇੱਥੇ ਉਹਨਾਂ ਨੂੰ ਅਸੀਂ ਇਹ ਫੂਡ ਸਾਰਾ ਤਿਆਰ ਹੁੰਦਾ ਆ। ਬੱਚਿਆਂ ਲਈ ਉਹਨਾਂ ਲਈ ਜਿਸ ਤਰ੍ਹਾਂ ਕਿ ਕੈਂਡੀਜ਼ ਵਗੈਰਾ, ਚਿਪਸ ਵਗੈਰਾ, ਉਹ ਖੁਸ਼ ਹੋ ਜਾਂਦੇ ਇਹ ਚੀਜ਼ ਦੇਖ ਕੇ। ਫਰੂਟ ਤਾਂ ਉਹਨਾਂ ਲਈ ਹੈ ਹੀ ਆ, ਪਰ ਉਹ ਚਿਪਸ ਵਗੈਰਾ, ਲੋਲੀਪੌਪ, ਕੈਂਡੀਜ਼ ਉਹਨਾਂ ਲਈ ਅਸੀਂ ਅਲੱਗ ਪੈਕੇਜ ਬਣਾਇਆ। You can either contact the Muslim Food Bank directly if you've got physical donations like food or baby strollers or things like that. Or alternatively, what you could also do is that you go onto our website, www.muslimfoodbank.com. ਸੀਰੀਆ ਤੋਂ 25,000 ਦੇ ਕਰੀਬ ਰਿਫਿਊਜੀਜ਼ ਕੈਨੇਡਾ ਦੇ ਵਿੱਚ ਆ ਰਹੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਪ੍ਰੋਵਿੰਸ ਦੇ ਵਿੱਚ ਵਸਾਇਆ ਜਾ ਰਿਹਾ ਹੈ। ਕੈਮਰਾਮੈਨ ਸ਼ਾਮ ਸ਼ਰਮਾ ਦੇ ਨਾਲ ਅਮਰਿਤਜੀਤ ਸਿੰਘ, PTC ਨਿਊਜ਼, ਸਰੀ, ਕੈਨੇਡਾ। ਕੈਨੇਡੀਅਨਸ ਵੱਲੋਂ ਮਿਲੇ ਪਿਆਰ ਅਤੇ ਤਹਿ ਦਿਲੀ ਸਵਾਗਤ ਦਾ ਸੀਰੀਅਨ ਰੈਫਿਊਜੀਜ਼ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪਿਆਰ ਅੱਗੇ ਵੀ ਬਰਕਰਾਰ ਰਹੇਗਾ। ਪੇਸ਼ ਹੈ ਇੱਕ ਖਾਸ ਮੁਲਾਕਾਤ ਸੀਰੀਅਨ ਫੈਮਿਲੀ ਦੇ ਨਾਲ। ਇਹ ਹੈ ਸੀਰੀਅਨ ਰੈਫਿਊਜੀ ਜੋ ਜਾਰਡਨ ਤੋਂ ਆਪਣੀ 6 ਕੁੜੀਆਂ ਦੇ ਨਾਲ ਕੈਨੇਡਾ ਪਹੁੰਚੇ ਰੈਫਿਊਜੀਜ਼ ਵਿੱਚ ਸ਼ਾਮਿਲ ਹਨ। ਬੇਸ਼ੱਕ ਹੁਣ ਕੈਨੇਡਾ ਉਹਨਾਂ ਦਾ ਘਰ ਹੈ, ਪਰ ਫਿਰ ਵੀ ਇੱਥੇ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। People and the government of Canada, and definitely it is challenging coming from the regions that they came from with limited flexibility with the financial aspects of it. So these things will help drastically to ease the situation, and he just wants to thank everybody, including our organizations as well, in helping out. ਇਹ ਕਹਾਣੀ ਕੈਨੇਡਾ ਪਹੁੰਚੇ ਕਿਸੇ ਇੱਕ ਰੈਫਿਊਜੀ ਦੀ ਨਹੀਂ ਬਲਕਿ ਸ਼ਰਨ ਲੈਣ ਵਾਲੇ ਹਰ ਰੈਫਿਊਜੀ ਦੀ ਹੈ। ਬੇਸ਼ੱਕ ਕੈਨੇਡੀਅਨਸ ਨੇ ਖੁੱਲੇ ਦਿਲ ਨਾਲ ਇਹਨਾਂ ਦਾ ਸਵਾਗਤ ਕੀਤਾ ਹੈ ਅਤੇ ਸਰਕਾਰ ਨੇ ਵੀ ਪੁਰਜ਼ੋਰ ਕੋਸ਼ਿਸ਼ ਕੀਤੀ ਹੈ ਇਹਨਾਂ ਨੂੰ ਸਹੂਲਤ ਨਾਲ ਲੈਸ ਰੱਖਣ ਦੀ, ਪਰ ਹੁਣ ਲੋੜ ਹੈ ਇਹਨਾਂ ਰੈਫਿਊਜੀਜ਼ ਨੂੰ ਆਪਣਾ ਪਿਛਲਾ ਭੁਲਾ ਕੇ ਅੱਗੇ ਚੱਲਣ ਦੀ। ਕੈਨੇਡਾ ਪਹੁੰਚੇ ਸੀਰੀਅਨ ਸ਼ਰਨਾਰਥੀਆਂ ਦੇ ਬੱਚਿਆਂ ਨੇ ਇਸ ਮੌਸਮ ਕੈਨੇਡਾ ਦੀ ਪਹਿਲੀ ਸਰਦੀਆਂ ਅਤੇ ਬਰਫ਼ਬਾਰੀ ਦਾ ਆਨੰਦ ਮਾਣਿਆ। ਬੀਤੇ ਦਿਨੀ ਕੁਝ ਆਰਗੇਨਾਈਜੇਸ਼ਨਸ ਵੱਲੋਂ ਇਹਨਾਂ ਸੀਰੀਅਨ ਪਰਿਵਾਰਾਂ ਨੂੰ ਇਕੱਠਿਆਂ ਬਾਹਰ ਦੀ ਸੈਰ ਕਰਵਾਏ ਜਾਣ ਦਾ ਪ੍ਰਬੰਧ ਕੀਤਾ ਗਿਆ।
ਪਰਿਵਾਰਾਂ ਸਮੇਤ ਨਿੱਕੇ-ਨਿੱਕੇ ਬੱਚਿਆਂ ਨੇ ਬਰਫ਼ ਵਿੱਚ ਖੇਡਣ ਦਾ ਪੂਰਾ ਆਨੰਦ ਮਾਣਿਆ। ਕਾਬਲੇ ਗੌਰ ਹੈ ਕਿ ਇਹਨਾਂ ਵਿੱਚੋਂ ਬਹੁਤ ਪਰਿਵਾਰਾਂ ਨੇ ਹੁਣ ਤੱਕ ਕਦੇ ਵੀ ਬਰਫ਼ਬਾਰੀ ਦਾ ਆਨੰਦ ਨਹੀਂ ਮਾਣਿਆ ਸੀ। ਹਾਲਾਂਕਿ ਕੈਨੇਡਾ ਦੇ ਵਿੱਚ ਸੀਰੀਅਨ ਰੈਫਿਊਜੀਜ਼ ਦਾ ਆਉਣਾ ਤੇ ਜਾਰੀ ਹੈ, ਪਰ ਫਿਲਹਾਲ ਵੈਂਕੂਵਰ, ਓਟਵਾ, ਟੋਰਾਂਟੋ ਅਤੇ ਹੈਲੀਫੈਕਸ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਪ੍ਰੋਸੈਸ ਨੂੰ ਥੋੜੇ ਸਮੇਂ ਲਈ ਰੋਕ ਦਿੱਤਾ ਜਾਵੇ ਤਾਂ ਜੋ ਪਹਿਲੇ ਆਏ ਸੀਰੀਅਨ ਸ਼ਰਨਾਰਥੀਆਂ ਨੂੰ ਪਰਮਨੈਂਟ ਹਾਊਸਿੰਗ ਵਿੱਚ ਸ਼ਿਫਟ ਕੀਤਾ ਜਾ ਸਕੇ। ਸੋ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼ ਕੈਨੇਡਾ ਵਿੱਚ ਆ ਰਹੇ ਰੈਫਿਊਜੀਜ਼ ਬਾਰੇ। ਉਮੀਦ ਹੈ ਤੁਹਾਨੂੰ ਸਾਡੀ ਇਹ ਖਾਸ ਪੇਸ਼ਕਸ਼ ਪਸੰਦ ਆਈ ਹੋਵੇਗੀ। ਅਗਲੇ ਹਫਤੇ ਹੈਡਲਾਈਨ ਕੈਨੇਡਾ ਵਿੱਚ ਫਿਰ ਤੋਂ ਹਾਜ਼ਰ ਹੋਵਾਂਗੇ ਕਿਸੇ ਹੋਰ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।